ਬਾਬਾ ਜੀ ਰਾਜ ਸਵਾਮੀ। ਬਾਬਾ ਜੀ ਅਸੀਂ ਪੂਰਨ ਗੁਰੂ ਨੂੰ ਕਿਵੇਂ ਪਹਿਚਾਨ ਸਕਦੇ ਹਾਂ? ਦੇਖੋ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਆਪਾਂ ਨੂੰ ਲੋੜ ਹੈ ਇਸ ਚੀਜ਼ ਦੀ ਪਰਖ ਕਰਨ ਨੂੰ ਕਿ ਗੁਰੂ ਹੈ ਕੌਣ, ਕਿਸ ਨੂੰ ਆਪਾਂ ਗੁਰੂ ਕਹਿੰਦੇ ਹਾਂ, ਕੌਣ ਹੈ ਗੁਰੂ। ਨਾਰਮਲੀ ਜ਼ਿੰਦਗੀ ਵਿੱਚ ਆਪਾਂ ਕੋਈ ਆਪਣਾ ਟੀਚਰ ਹੈ, ਕੋਈ ਪਹੁੰਚਿਆ ਹੋਇਆ ਜਿਹਨੂੰ ਆਪਾਂ ਸਮਝਦੇ ਹਾਂ, ਉਹਨੂੰ ਆਪਾਂ ਗੁਰੂ ਮੰਨ ਲੈਂਦੇ ਹਾਂ। ਗੁਰੂ ਦੇਹ ਨਹੀਂ ਗਾ, ਗੁਰੂ ਸਰੀਰ ਨਹੀਂ, ਗੁਰੂ ਸ਼ਬਦ ਹੈ। ਮਗਰ ਕਿਉਂਕਿ ਆਪਾਂ ਸ਼ਬਦ ਤੱਕ ਪਹੁੰਚੇ ਨਹੀਂ, ਤਾਂ ਜਿਸ ਤੋਂ ਵੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਾਂ ਉਹਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬਾਣੀ 'ਚ ਆਪਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਾਇਆ ਹੈ ਕਿ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਨਾ ਤਾਂ ਦੇਹੀ ਵਿੱਚ ਤਾਕਤ ਹੈ ਗੁਰੂ ਬਣਨ ਦੀ, ਔਰ ਨਾ ਹੀ ਦੇਹੀ ਵਿੱਚ ਤਾਕਤ ਹੈ ਸ਼ਿਸ਼ ਬਣਨ ਦੀ, ਚੇਲਾ ਬਣਨ ਦੀ। ਮਗਰ ਸ਼ੁਰੂਆਤ, ਕਿਉਂਕਿ ਇਸ ਵਕਤ ਸਾਡੀ ਅਵਸਥਾ ਸਰੀਰਕ ਹੈ, ਤਾਂ ਸਰੀਰ ਨੂੰ ਸਰੀਰ ਸਮਝਾਊਗਾ। ਸੋ ਜੋ ਵੀ ਆਪਾਂ ਨੂੰ ਸਿਖਾਉਂਦਾ ਹੈ, ਆਪਾਂ ਨੂੰ ਸਮਝਾਉਂਦਾ ਹੈ, ਉਹਨੂੰ ਆਪਾਂ ਗੁਰੂ ਕਹਿ ਦਿੰਦੇ ਹਾਂ। ਆਮ ਤੌਰ 'ਤੇ ਕੋਈ ਕੰਮ ਸਿੱਖਣਾ ਹੋਵੇ, ਆਪਾਂ ਕਹਿ ਦਿੰਦੇ ਹਾਂ ਮੈਂ ਤੈਨੂੰ ਗੁਰੂ ਮੰਨਿਆ, ਤੂੰ ਮੈਨੂੰ ਸਮਝਾ ਦੇ। ਸੋ ਜਿਹਨੇ ਸਾਨੂੰ ਸਮਝਾਇਆ, ਜਿਹਨੇ ਸਾਨੂੰ ਸਿਖਾਇਆ, ਪੁਰਾਣੇ ਜ਼ਮਾਨਿਆਂ ਵਿੱਚ ਜਿਹੜੇ ਉਸਤਾਦ ਹੁੰਦੇ ਸੀ, ਜਿਹੜੇ ਟੀਚਰ ਹੁੰਦੇ ਸੀ, ਉਹਨਾਂ ਨੂੰ ਆਪਾਂ ਗੁਰੂ ਦਾ ਦਰਜਾ ਦਿੰਦੇ ਹੁੰਦੇ ਸੀ। ਕਿਉਂਕਿ ਤੁਸੀਂ ਬੱਚੇ ਜਦੋਂ ਸਕੂਲ ਜਾਂਦੇ ਸੀਗੇ, ਉਸਤਾਦ ਨੂੰ ਮੱਥਾ ਵੀ ਟੇਕਦੇ ਸੀ, ਉਹਦਾ ਮਾਣ ਆਦਰ ਵੀ ਪੂਰਾ ਹੁੰਦਾ ਸੀ। ਹਾਲਾਂਕਿ ਅੱਜ ਕੱਲ੍ਹ ਦੇ ਦੌਰ ਵਿੱਚ ਇਹ ਨਹੀਂ ਹੁੰਦਾ, ਮਗਰ ਪਹਿਲਾਂ ਉਸਤਾਦ ਨੂੰ ਗੁਰੂ ਮੰਨਿਆ ਜਾਂਦਾ ਸੀ, ਕਿਉਂਕਿ ਉਹਨੇ ਤੁਹਾਨੂੰ ਗਿਆਨ ਦੇਣਾ ਹੈ। ਗੁਰੂ ਦਾ ਮਤਲਬ ਹੈ ਗਿਆਨ ਦੇਣ ਵਾਲਾ, ਜੋ ਅੰਧੇਰੇ ਵਿੱਚੋਂ ਪ੍ਰਕਾਸ਼ ਵਿੱਚ ਲੈ ਕੇ ਆਉਂਦਾ ਹੈ, ਉਹਨੂੰ ਆਪਾਂ ਗੁਰੂ ਕਹਿੰਦੇ ਹਾਂ। ਹੁਣ ਆਪਾਂ ਵਾਪਸ ਜਾ ਰਹੇ ਹਾਂ ਗੁਰਬਾਣੀ ਦੀ ਤੁਕ 'ਤੇ। ਸਰੀਰ ਵਿੱਚ ਤਾਕਤ ਨਹੀਂ ਗਾ, ਕਿਉਂਕਿ ਸਰੀਰ ਬਣਦਾ ਹੈ ਕਰਮਾਂ ਦੇ ਨਾਲ। ਇਸ ਕਰਕੇ ਸਰੀਰ ਕਦੇ ਪਰਫੈਕਟ ਨਹੀਂ ਹੋ ਸਕਦਾ, ਪੂਰਨ ਨਹੀਂ ਹੋ ਸਕਦਾ ਸਰੀਰ, ਮਗਰ ਸ਼ੁਰੂਆਤ ਸਰੀਰ ਤੋਂ ਹੋਊਗੀ। ਸੋ ਕੋਈ ਚੰਗਾ ਸੱਜਣ ਹੈ, ਕੋਈ ਸੰਤ ਹੈ, ਮਹਾਤਮਾ ਹੈ, ਜਿਹਨੇ ਭਗਤੀ ਕੀਤੀ ਹੈ, ਜਿਹਨੂੰ ਜ਼ਿੰਦਗੀ ਦਾ ਥੋੜ੍ਹਾ ਜਿਹਾ ਸਾਡੇ ਨਾਲੋਂ ਜ਼ਿਆਦਾ ਅਨੁਭਵ ਹੈਗਾ, ਐਕਸਪੀਰੀਅੰਸ ਹੈਗਾ, ਉਹਨੂੰ ਆਪਾਂ ਗੁਰੂ ਧਾਰ ਲੈਂਦੇ ਹਾਂ। ਮਗਰ ਉਹ ਸ਼ੁਰੂਆਤ ਹੈ, ਉਹ ਸਾਨੂੰ ਸਮਝਾਉਂਦਾ ਹੈ, ਸਾਨੂੰ ਸਿਖਾਉਂਦਾ ਹੈ। ਮਗਰ ਸੱਚਾ ਗੁਰੂ ਸ਼ਬਦ ਹੈ। ਤਾਂ ਜਦੋਂ ਕੋਈ ਵੀ ਇਨਸਾਨ ਕਿਸੇ ਇਹੋ ਜਿਹੇ ਸੁਲਝੇ ਹੋਏ ਇਨਸਾਨ ਕੋਲੇ ਜਾ ਕੇ ਉਸ ਤੋਂ ਗਿਆਨ ਹਾਸਿਲ ਕਰਦਾ ਹੈ, ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਤੇਰਾ ਅਸਲ ਹੈ ਨਾ, ਉਹ ਸਰੀਰ ਨਹੀਂ, ਉਹ ਤੇਰੀ ਆਤਮਾ ਹੈ। ਜਿੰਨਾ ਚਿਰ ਤੂੰ ਸਰੀਰ ਦੇ ਦਾਇਰੇ ਵਿੱਚ ਰਹੇਂਗਾ, ਤੂੰ ਕਰਮ ਕਾਂਡ ਦੇ ਨੀਚੇ ਦੱਬਿਆ ਰਹੇਂਗਾ। ਤੈਨੂੰ ਇਹ ਮੌਕਾ ਦਿੱਤਾ ਗਿਆ ਕਿ ਸਰੀਰ ਦੇ ਬੰਧਨਾਂ ਤੋਂ ਉੱਥੇ ਉੱਠ ਕੇ ਰੂਹਾਨੀਅਤ ਦੇ ਦਾਇਰੇ ਵਿੱਚ ਆ ਕੇ ਆਪਣੇ ਅਸਲ ਦੀ ਪਹਿਚਾਣ ਕਰ। ਇਹ ਇਟਰਨਲ ਕੁਐਸਚਨ ਹੈ ਕਿ ਆਪਾਂ ਕੌਣ ਹੈ, ਹੂ ਐਮ ਆਈ। ਸ਼ੁਰੂ ਤੋਂ ਇਨਸਾਨ ਇਸ ਖੋਜ ਵਿੱਚ ਲੱਗਿਆ ਹੋਇਆ ਹੈਗਾ, ਮਗਰ ਉਹਦੀ ਸੋਝੀ ਤੁਹਾਨੂੰ ਅੰਦਰੋਂ ਜਾ ਕੇ ਮਿਲੂਗੀ, ਬਾਹਰੋਂ ਨਹੀਂ ਮਿਲਣ ਲੱਗੀ। ਵੈਸਟਰਨ ਫਿਲੋਸਫਰਸ ਨੇ ਕਹਿਤਾ ਆਈ ਥਿੰਕ ਦੇਅਰਫੋਰ ਆਈ ਐਮ। ਮੈਂ ਸੋਚਦਾ ਹਾਂ, ਇਸ ਕਰਕੇ ਮੇਰਾ ਵਜੂਦ ਬਣਿਆ ਹੋਇਆ ਹੈ। ਹੁਣ ਸੋਚ ਕਿੱਥੋਂ ਆਉਂਦੀ ਹੈ? ਸੋਚ ਮਨ ਤੋਂ ਆਉਂਦੀ ਹੈ। ਇਸ ਕਰਕੇ ਕੀ ਅਸੀਂ ਸੋਚਦੇ ਹਾਂ ਕਿ ਸਾਡਾ ਦਾਇਰਾ ਮਨ ਤੱਕ ਸਿਰਫ ਸੀਮਤ ਹੈਗਾ। ਸੋ ਇਹਦੀ ਪਹਿਚਾਣ ਕਰਨ ਵਾਸਤੇ ਆਪਾਂ ਆਪਣੀ ਸੁਰਤ ਨੂੰ ਜਾਗਰਿਤ ਕਰਨਾ ਹੈ, ਆਪਣੀ ਕੌਨਸ਼ੀਅਸਨੈਸ ਨੂੰ ਜਾਗਰਿਤ ਕਰਨਾ ਹੈ। ਜਦੋਂ ਆਪਾਂ ਉਸ ਸੁਰਤ ਨੂੰ ਜਾਗਰਿਤ ਕਰਾਂਗੇ ਤਾਂ ਚੇਲਾ ਬਣਨ ਦੀ, ਡਿਸਾਈਪਲ ਬਣਨ ਦੀ ਜਿਹੜੀ ਤਾਕਤ ਹੈ ਉਸ ਸੁਰਤ ਵਿੱਚ ਹੈ, ਨਾ ਕਿ ਸਰੀਰ ਵਿੱਚ। ਸਰੀਰ ਨਹੀਂ ਨਿਭਾ ਸਕਦਾ। ਫਿਰ ਉਹ ਸੁਰਤ ਜਾਗਰਿਤ ਅਵਸਥਾ ਵਿੱਚ ਆ ਕੇ ਉਸ ਧੁਨ ਨੂੰ ਪਕੜਦੀ ਹੋਈ ਫਿਰ ਉਸ ਸ਼ਬਦ ਸਰੂਪੀ ਗੁਰੂ ਦੀ ਪਹਿਚਾਣ ਕਰਦੀ ਹੈ। ਸ਼ਬਦ ਸਰੂਪੀ, ਨਾ ਕਿ ਦੇਹ ਸਰੂਪੀ। ਦੇਹ ਨੂੰ ਦੇਹ ਸਮਝਾਊਗੀ। ਜਿਵੇਂ ਹਜ਼ੂਰ ਫਰਮਾਇਆ ਕਰਦੇ ਸੀ
ਕਿ ਇੱਟ ਪੱਥਰ ਤਾਂ ਆਪਣੇ ਨਾਲ ਬੋਲ ਨਹੀਂ ਸਕਦੇ, ਜਾਨਵਰਾਂ ਦੀ ਬੋਲੀ ਸਮਝ ਨਹੀਂ ਆਉਂਦੀ। ਇਸ ਕਰਕੇ ਜਿੰਨਾ ਚਿਰ ਕੋਈ ਸਾਡੇ ਵਰਗਾ ਸਾਡੇ ਦਰਮਿਆਨ ਆ ਕੇ ਸਾਡੀ ਬੋਲੀ ਵਿੱਚ ਸਾਨੂੰ ਨਾ ਸਮਝਾਏ, ਇਹ ਚੀਜ਼ਾਂ ਸਾਡੇ ਸਮਝ ਤੋਂ ਦੂਰ ਹੈ। ਸੋ ਉਹ ਜਿਹੜਾ ਇਨਸਾਨ ਹੈ ਉਹ ਸਾਡੇ ਵਰਗਾ ਹੈ, ਸਾਡੀ ਉਹਦੀ ਜੀਵਨੀ ਹੋਊਗੀ, ਕਿਉਂਕਿ ਜਿੰਨਾ ਚਿਰ ਸਾਡੇ ਵਰਗੀ ਜੀਵਨੀ ਨਹੀਂ ਹੋਈ ਆਪਾਂ ਉਸ ਤੋਂ ਸਿੱਖ ਨਹੀਂ ਸਕਦੇ। ਉਹ ਇਨਸਾਨ ਇੱਕ ਉਦਾਹਰਨ ਬਣ ਕੇ ਆਉਂਦਾ ਹੈ, ਕੋਈ ਭਗਤੀ ਕਰਾਉਣ ਵਾਸਤੇ ਨਹੀਂ, ਕੋਈ ਪੂਜਾ ਕਰਾਉਣ ਵਾਸਤੇ ਨਹੀਂ, ਕੋਈ ਮੱਥੇ ਟਿਕਾਉਣ ਵਾਸਤੇ ਨਹੀਂ, ਸਿਰਫ ਸਾਨੂੰ ਰਸਤਾ ਦਿਖਾਉਣ ਵਾਸਤੇ। ਜਿਵੇਂ ਬੱਚੇ ਨੂੰ ਆਪਾਂ ਸਕੂਲ ਭੇਜਦੇ ਹਾਂ, ਉਸਤਾਦ ਨੇ, ਟੀਚਰ ਨੇ ਕੋਈ ਕੁੱਟ-ਕੁੱਟ ਕੇ ਗਿਆਨ ਉਹਦੇ ਵਿੱਚ ਨਹੀਂ ਭਰ ਦੇਣਾ। ਉਹਨੇ ਤਾਂ ਅਲੱਗ-ਅਲੱਗ ਜਿਹੜੇ ਸਬਜੈਕਟਸ ਹੈ ਉਹ ਸਿਖਾ ਕੇ ਜੋ ਉਹਦੇ ਵਿੱਚ ਇੰਟੈਲੈਕਟ ਹੈ ਉਹਨੂੰ ਉਹਨੇ ਤਰਾਸ਼ਣਾ ਹੈ। ਜਿਵੇਂ ਆਪਾਂ ਪੱਥਰ ਲੈ ਕੇ ਆਪਾਂ ਜੋਹਰੀ ਨੂੰ ਪਤਾ ਹੈ ਕਿ ਕਿਸ ਪੱਥਰ ਦੀ ਕੀ ਕੀਮਤ ਹੈ, ਫਿਰ ਉਹ ਜੋਹਰੀ ਪੱਥਰ ਨੂੰ ਚੁਣ ਕੇ ਉਹਨੂੰ ਤਰਾਸ਼ਦਾ ਹੈ, ਤਰਾਸ਼ ਕੇ ਉਹਦੀ ਚਮਕ ਸਾਹਮਣੇ ਆਉਂਦੀ ਹੈ ਤਾਂ ਉਹਦੀ ਕੀਮਤ ਪੈਂਦੀ ਹੈ। ਗੁਰਮੁਖ ਜਨ ਜਦੋਂ ਆਪਾਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਉਹ ਜਿਹੜੀ ਰੂਹਾਨੀਅਤ ਪਹਿਲਾਂ ਤੋਂ ਹੀ ਸਾਡੇ ਅੰਦਰ ਹੈ, ਰੂਹਾਨੀਅਤ ਕਿਸੇ ਨੇ ਬਾਹਰੋਂ ਨਹੀਂ ਪਾਣੀ, ਉਹ ਸਾਡੇ ਮਨ ਨੂੰ ਤਰਾਸ਼ਦੇ ਹੈ, ਮਨ ਦਾ ਜਿਹੜਾ ਅਸਲ ਵਜੂਦ ਹੈ ਉਹਨੂੰ ਸਾਹਮਣੇ ਲਿਆਉਂਦੇ ਹੈ। ਸਾਡਾ ਇਸ ਵਕਤ ਜਦੋਂ ਆਪਾਂ ਮਨ ਨੂੰ ਦੇਖਦੇ ਹਾਂ, ਆਪਾਂ ਦੇਖਦੇ ਹਾਂ ਕਿ ਮਨ ਵਿੱਚ ਕਿੰਨੇ ਐਬ ਹੈ, ਕਿੰਨੇ ਔਗਣ ਹੈ, ਮਗਰ ਮਨ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖੀਏ। ਸੰਤਾਂ ਨੇ ਆ ਕੇ ਸਾਨੂੰ ਯਾਦ ਕਰਾਇਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ। ਇਹ ਇਹਦੀ ਅਵਸਥਾ ਨਹੀਂ ਸੀਗੀ, ਇਹ ਇਹਦੀ ਅਵਸਥਾ ਅਸੀਂ ਬਣਾਤੀ। ਜਿਵੇਂ ਜਿਵੇਂ ਅਸੀਂ ਦੁਨੀਆ ਵਿੱਚ ਗਏ, ਸਾਡੀਆਂ ਚਾਹਤਾਂ, ਸਾਡੇ ਕਾਰਜ ਇਹੋ ਜਿਹੇ ਹੋਏ, ਮਨ ਦੀ ਇਹੋ ਜਿਹੀ ਅਵਸਥਾ ਬਣ ਗਈ ਕਿ ਮਹਾਂਪੁਰਖਾਂ ਨੂੰ ਕਹਿਣਾ ਪਿਆ, ਇਹ ਮਨ ਮੈਲਾ ਅੰਧਾ ਹੈ ਕਿਸ ਆਖ ਸੁਣਾਵਾਂ। ਇਹ ਅਵਸਥਾ ਅਸੀਂ ਬਣਾਤੀ ਇਹਦੀ। ਸੋ ਉਹ ਸਾਨੂੰ ਇਹਦੀ ਅਸਲ ਅਵਸਥਾ ਸਮਝਾਉਂਦੇ ਹਨ। ਸਾਡੇ ਅੰਦਰੋਂ ਉਹ ਰੂਹਾਨੀਅਤ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਆਪਣੀ ਪਹਿਚਾਣ ਕਰੀਏ। ਉਹ ਪਹਿਚਾਣ ਜਦੋਂ ਸੁਰਤ ਸ਼ਿਸ਼ ਬਣੂਗੀ, ਨਾ ਕਿ ਸਰੀਰ। ਸਰੀਰ ਕਿਸ ਹੱਦ ਤੱਕ ਜਾ ਸਕਦਾ ਹੈ, ਕੀ ਨਿਭਾ ਸਕਦਾ ਹੈ, ਇਹਦਾ ਦਾਇਰਾ ਬਹੁਤ ਛੋਟਾ ਹੈ। ਮਗਰ ਉਹੀ ਸਰੀਰ ਜਦੋਂ ਭਜਨ ਬੰਦਗੀ ਕਰਕੇ ਸੁਰਤ ਨੂੰ ਜਾਗਰਿਤ ਕਰੂਗਾ, ਉਹ ਸੁਰਤ ਵਿੱਚ ਤਾਕਤ ਹੈ ਸ਼ਿਸ਼ ਬਣਨ ਦੀ। ਉਹ ਸ਼ਿਸ਼ ਫਿਰ ਧੁਨ ਨੂੰ ਪਕੜਦਾ ਹੋਇਆ ਫਿਰ ਜਾ ਕੇ ਸ਼ਬਦ ਸਰੂਪੀ ਗੁਰੂ ਦੀ ਪਹਿਚਾਣ ਕਰੂਗਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਅਫਸੋਸ ਇਹ ਹੈ ਕਿ ਆਪਾਂ ਬਾਣੀਆਂ ਨੂੰ ਪੜ੍ਹਦੇ ਹਾਂ, ਗ੍ਰੰਥਾਂ ਪੋਥੀਆਂ ਨੂੰ ਪੜ੍ਹਦੇ ਹਾਂ, ਮਗਰ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਦੇ ਨਹੀਂ ਹਾਂ। ਇਨਸਾਨ ਦੀ ਫਿਤਰਤ ਹੈ ਕਿ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ। ਆਸਾਨ ਤਰੀਕਾ ਕੀ ਹੈ ਕਿ ਜਿਹੜਾ ਵਡੇਰਾ ਸਾਡੇ ਸਾਹਮਣੇ, ਜਿਹੜਾ ਗੁਰਮੁਖ ਸਾਡੇ ਸਾਹਮਣੇ ਬੈਠਿਆ ਹੈ, ਸਾਨੂੰ ਚੰਗੀਆਂ ਗੱਲਾਂ ਦੱਸਦਾ ਹੈ, ਅਸੀਂ ਉਹਦੀ ਮੁੱਠੀ ਚਾਪੀ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ। ਮਗਰ ਕਿਉਂਕਿ ਅਸੀਂ ਆਪਣੇ ਆਪ ਨੂੰ ਸਰੀਰਾਂ ਦੇ ਨਾਲ ਜੋੜਿਆ ਹੈ, ਇਸੇ ਕਰਕੇ ਮਜ਼ਹਬ ਬਣ ਗਏ, ਇਸੇ ਕਰਕੇ ਧਰਮ ਬਣ ਗਏ। ਜੇ ਆਪਾਂ ਉਹਨਾਂ ਦੀ ਤਾਲੀਮ, ਉਹਨਾਂ ਦੀ ਸਿੱਖਿਆ ਉੱਤੇ ਧਿਆਨ ਦਿੱਤਾ ਹੁੰਦਾ, ਕਿਸੇ ਗੁਰੂ ਨੇ ਅੱਜ ਤੱਕ ਨਹੀਂ ਕਿਹਾ ਕਿ ਬਈ ਉਹਨਾਂ ਨੂੰ ਮੱਥੇ ਟੇਕ ਕੇ ਜਾਂ ਉਹਨਾਂ ਦੀ ਮੁੱਠੀ ਚਾਪੀ ਕਰਕੇ ਤੁਹਾਨੂੰ ਰੂਹਾਨੀਅਤ ਮਿਲੂਗੀ, ਕਿਉਂਕਿ ਰੂਹਾਨੀਅਤ ਦੀ ਦੌਲਤ ਤਾਂ ਸਾਡੇ ਅੰਦਰ ਹੈ। ਇਸ ਕਰਕੇ ਉਹ ਤਾਂ ਤਰੀਕਾ ਦੱਸਦੇ ਹਨ, ਰਸਤਾ ਸਮਝਾਉਂਦੇ ਹਨ ਕਿ ਅਸੀਂ ਆਪਣਾ ਧਿਆਨ ਕਿਵੇਂ ਅੰਤਰਮੁਖ ਕਰੀਏ, ਕਿਵੇਂ ਉਸ ਸੁਰਤ ਨੂੰ ਜਾਗਰਿਤ ਕਰੀਏ, ਕਿਵੇਂ ਉਸ ਧੁਨ ਦੇ ਨਾਲ ਜੋੜ ਕੇ ਉਸ ਅਸਲ ਗੁਰੂ ਦੀ ਪਹਿਚਾਣ ਕਰੀਏ। ਸੋ ਗੁਰੂ ਸ਼ਬਦ ਹੈ। ਗੁਰੂ ਦੀ ਪਹਿਚਾਣ ਸਾਨੂੰ ਇਸ ਅਵਸਥਾ ਵਿੱਚ ਨਹੀਂ ਆ ਸਕਦੀ। ਇਸ ਅਵਸਥਾ ਵਿੱਚ ਅਸੀਂ ਕਿਸੇ ਦਾ ਗਿਆਨ ਦੇਖ ਕੇ, ਕਿਸੇ ਦੀ ਬੋਲਣ ਦਾ ਲਹਿਜ਼ਾ ਦੇਖ ਕੇ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਮਗਰ ਉਹਦੀ ਪਹਿਚਾਣ ਉਦੋਂ ਆਊਗੀ ਜਦੋਂ ਅਸੀਂ ਆਪਣਾ ਧਿਆਨ ਅੰਤਰਮੁਖ ਕਰਕੇ ਭਜਨ ਬੰਦਗੀ ਕਰਾਂਗੇ, ਤਾਂ ਸਾਨੂੰ ਸੱਚੇ ਗੁਰੂ ਦੀ ਪਹਿਚਾਣ ਆਊਗੀ, ਤਾਂ ਅਸੀਂ ਉਸ ਅਵਸਥਾ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਿਸ਼ कहलाने दे लायक बन सकते हैं। बाबा जी, इट्स ऑल्सो सेड दैट गुरु शिष्य को ढूंढेगा, शिष्य में इतनी ताकत नहीं है कि गुरु को ढूंढ ले। हाँ, क्राइस्ट ने भी कहा सी, ओनली द मार्क्ड शीप हियर माई विसल, कि सिर्फ चंद लोग है ਜਿਹੜੀ ਮੇਰੀ ਅਵਸਥਾ ਨੂੰ ਪਹਿਚਾਨਣਗੇ, ਜੋ
ਕਦਰ ਕਰਨਗੇ। ਹੁਣ ਤੁਸੀਂ ਦੇਖੋ ਗੁਰੂ ਸਾਹਿਬਾਨ ਹੋਏ ਹੈ, ਸੰਤ ਮਹਾਤਮਾ, ਵੱਡੇ ਵੱਡੇ ਪੀਰ ਪੈਗੰਬਰ ਹੋਏ ਹੈ, ਉਹ ਕਿੱਥੇ ਕਿੱਥੇ ਨਹੀਂ ਗਏ, ਮਗਰ ਸਾਰਿਆਂ ਨੇ ਉਹਨਾਂ ਨੂੰ ਉਹ ਗੁਰੂ ਨਹੀਂ ਮੰਨਿਆ, ਸਾਰਿਆਂ ਨੇ ਉਹਨਾਂ ਨੂੰ ਆਪਣਾ ਮੁਰਸ਼ਿਦ ਨਹੀਂ ਮੰਨਿਆ। ਸੋ ਇਹ ਵੀ ਜਦੋਂ ਵਕਤ ਆਉਂਦਾ ਹੈ, ਵਕਤ ਆਊਗਾ, ਸਾਡੇ ਅੰਦਰ ਉਹ ਰਿਸੈਪਟਿਵਿਟੀ, ਸਾਡੇ ਅੰਦਰ ਉਹ ਪਹਿਚਾਨ ਆ ਜਾਂਦੀ ਹੈ। ਵਕਤ ਨਹੀਂ ਹੁੰਦਾ, ਸਾਡਾ ਧਿਆਨ ਦੁਨੀਆ ਵਿੱਚ ਫੈਲਿਆ ਹੋਇਆ ਹੈ, ਅਸੀਂ ਉਸ ਨਜ਼ਰੀਏ ਦੇ ਨਾਲ ਸਾਰਾ ਕੁਝ ਦੇਖਣਾ ਹੈ। ਸੋ ਤੁਹਾਡੇ ਨਾਲ ਬੈਠੇ ਹੁੰਦੇ ਵੀ ਤੁਸੀਂ ਪਹਿਚਾਨ ਨਹੀਂ ਕਰ ਪਾਓਗੇ। ਸੋ ਇਹ ਵੀ ਉਹਦੀ ਬਖਸ਼ਿਸ਼ ਹੈ। ਜਿਹਨੂੰ ਉਹ ਚਾਹੇ ਉਹਨੂੰ ਪਹਿਚਾਨ ਦੇ ਦਿੰਦਾ ਹੈ, ਜਿਹਨੂੰ ਉਹ ਨਹੀਂ ਚਾਹੁੰਦਾ ਉਹ ਨਾਲ ਬੈਠਾ ਸਾਰੀ ਉਮਰ ਨਾਲ ਗੁਜ਼ਾਰ ਕੇ ਵੀ ਪਹਿਚਾਨ ਨਹੀਂ ਪਾਉਂਦਾ। ਸੋ ਵਕਤ ਦੀ ਗੱਲ ਹੈ। ਹਜ਼ੂਰ ਬਾਣੀ 'ਚ ਦਰਜ ਹੈ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਹਜ਼ੂਰ ਬੇਨਤੀ ਹੈ ਕਿ ਇਹ ਤਾਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਾ ਦਿੱਤਾ ਕਿ ਕਿਸ ਤਰੀਕੇ ਨਾਲ ਦੇਹਧਾਰੀ ਸ਼ਬਦ ਦੇਹਧਾਰੀ ਆਤਮਾ ਦਾ ਕਲਿਆਣ ਕਰ ਸਕਦਾ ਹੈ, ਪਰ ਕਿਆ ਦੇਹਧਾਰੀ ਆਤਮਾ 'ਚ ਆਪਣੇ ਆਪ 'ਚ ਇੰਨੀ ਸ਼ਕਤੀ ਜਾਂ ਸਮਝ ਸੋਝੀ ਹੈ ਕਿ ਉਹ ਦੇਹਧਾਰੀ ਸ਼ਬਦ ਦੀ ਪਹਿਚਾਨ ਕਰਕੇ ਉਹਦੇ ਲੜ ਲੱਗ ਸਕੇ? ਮੈਂ ਜਿਵੇਂ ਤੁਸੀਂ ਤੁਕ ਕੀਤੀ ਨਾ, ਤਾਂ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਭਾਗ ਹੁਆ ਗੁਰ ਸੰਤ ਮਲਾਏ, ਪ੍ਰਭ ਅਬਿਨਾਸ਼ੀ ਘਰ ਮੇ ਪਾਏ। ਹੁਣ ਇਹ ਘਰ ਦਾ ਦੋਹਰਾ ਮਤਲਬ ਹੋ ਸਕਦਾ ਹੈ। ਉਹਨਾਂ ਦੇ ਪਿਤਾ ਜੀ ਵੀ ਗੁਰੂ ਸੀ, ਮਗਰ ਸੱਚਾ ਘਰ ਕਿਹੜਾ ਹੈ? ਉਹ ਸਾਡਾ ਅੰਦਰ ਹੈ। ਇਹ ਦੇਹੀ ਹੈ, ਇਹ ਸਰੀਰ ਹੈ। ਸੋ ਅੰਦਰ ਜਾ ਕੇ ਉਹ ਸੋਝੀ ਦਿੰਦਾ ਹੈ, ਉਹ ਤੁਹਾਨੂੰ ਸਿਖਾਉਂਦਾ ਨਹੀਂ। ਇਸ ਵਕਤ ਵਿੱਚ ਅਸੀਂ ਗਿਆਨ ਔਰ ਸੋਝੀ ਵਿੱਚ ਅੰਤਰ ਨਹੀਂ ਪਾ ਸਕੇ। ਜਦੋਂ ਆਪਾਂ ਗ੍ਰੰਥਾਂ ਪੋਥੀਆਂ ਪੜ੍ਹਦੇ ਹਾਂ ਨਾ, ਸਾਨੂੰ ਗਿਆਨ ਮਿਲਦਾ ਹੈ। ਜਦੋਂ ਉਸ ਗਿਆਨ ਨੂੰ ਤੁਸੀਂ ਅਮਲ ਵਿੱਚ ਲਿਆਓਗੇ ਤਾਂ ਤੁਹਾਨੂੰ ਉਹਦਾ ਅਨੁਭਵ ਹੁੰਦਾ ਹੈ, ਐਕਸਪੀਰੀਅੰਸ ਹੁੰਦਾ ਹੈ, ਫਿਰ ਜਾ ਕੇ ਸੋਝੀ ਮਿਲਦੀ ਹੈ। ਆਪਾਂ ਸੁਣੀਆਂ ਸੁਣਾਈਆਂ ਗੱਲਾਂ, ਪੜ੍ਹੀਆਂ ਪੜ੍ਹਾਈਆਂ ਗੱਲਾਂ, ਉਹਨਾਂ ਨੂੰ ਗਿਆਨ ਲੈ ਕੇ ਅਸੀਂ ਸ਼ੁਰੂ ਕਰ ਦਿੰਦੇ ਹਾਂ, ਮਗਰ ਕੋਈ ਵੀ ਮੁਸੀਬਤ ਆ ਜੇ, ਕੋਈ ਵੀ ਦੁੱਖ ਤਕਲੀਫ ਆ ਜੇ, ਇਨਸਾਨ ਉਸੇ ਵਕਤ ਡੋਲ ਜਾਂਦਾ ਹੈ, ਕਿਉਂਕਿ ਉਹਦਾ ਸਾਰਾ ਕੁਝ ਜਿਹੜਾ ਉਹਦਾ ਵਿਸ਼ਵਾਸ ਦੀ ਨੀਂਹ ਹੈ, ਉਹਨੇ ਸੁਣੀਆਂ ਸੁਣਾਈਆਂ ਪੜ੍ਹੀਆਂ ਪੜ੍ਹਾਈਆਂ ਗੱਲਾਂ ਦੇ ਉੱਤੇ ਰੱਖੀ ਹੈ। ਜਿਹਨੇ ਇਹਨਾਂ ਚੀਜ਼ਾਂ ਦਾ ਅਨੁਭਵ ਕੀਤਾ ਹੈ, ਐਕਸਪੀਰੀਅੰਸ ਕੀਤਾ ਹੈ, ਉਹ ਨਹੀਂ ਡੋਲਦਾ, ਉਹਨੂੰ ਪਤਾ ਹੈ। ਉਹੀ ਜਾਣਨਾ, ਵੇਦਾਂ ਵਿੱਚ ਲਫ਼ਜ਼ ਆਉਂਦਾ ਹੈ ਜਾਣਨਾ, ਇੱਕ ਅਵਸਥਾ ਹੈ ਜਾਣਨ ਦੀ। ਉਹ ਜਾਣਨਾ ਸਿਰਫ ਇਕੱਲੇ ਗਿਆਨ ਦੇ ਨਾਲ ਨਹੀਂ ਹੋਣਾ, ਗ੍ਰੰਥਾਂ ਪੋਥੀਆਂ ਦੀ ਕੋਈ ਕਮੀ ਨਹੀਂ। ਇਸ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ, ਗਿਆਨੀ ਬੂਝੇ ਕੁਆਂ ਪੜੇ, ਪਲਟੂ ਚਲੇ ਨਾ ਦੇਖ, ਮਨ ਮਾਇਆ ਮੇ ਮਿਲ ਗਿਆ, ਮਾਰਾ ਗਿਆ ਵਿਵੇਕ। ਬਾਬਾ ਜੀ ਇੱਥੇ ਮਾਲਿਕ ਦੀ ਰਹਿਮਤ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਨਦਰ ਕਰੇ ਤਾਂ ਸਤਿਗੁਰ ਮਿਲਾਏ। ਇੱਥੇ ਮਾਲਿਕ ਦੀ ਦਇਆ ਕੰਮ ਕਰਦੀ ਹੈ, ਤਾਂ ਅਸੀਂ ਦੇਹਧਾਰੀ ਆਤਮਾ, ਦੇਹਧਾਰੀ ਸ਼ਬਦ ਦੇ ਲੜ ਲੱਗਦੇ, ਮਾਲਿਕ ਦੀ ਉਹਦੀ ਦਇਆ ਦੇ ਨਾਲ ਅਸੀਂ ਲੱਗਦੇ ਹਾਂ, ਔਰ ਫਿਰ ਗੁਰੂ ਦਇਆ ਕਰਕੇ ਅੱਗੇ ਸਾਨੂੰ ਰਸਤੇ ਤੇ ਪਾਉਂਦਾ, ਕਿਰਪਾ ਕਰੇ ਤਾਂ ਹਰ ਮਗਰ ਉਹੀ ਨਾ ਸੱਚਾ ਗਿਆਨ ਕਿਹੜਾ ਹੈ? ਤਾਂ ਗੁਰੂ ਘਰ ਨੇ ਕਿਹਾ, ਗਿਆਨ ਧਿਆਨ ਧੁਨ ਜਾਣੀਏ, ਅਕਥ ਕਹਾਵੇ ਸੋਏ। ਸੱਚਾ ਗਿਆਨ ਤੁਹਾਨੂੰ ਅੰਦਰੋਂ ਮਿਲੂਗਾ, ਉਸ ਧੁਨ ਦੇ ਨਾਲ ਜੁੜ ਕੇ ਮਿਲੂਗਾ। ਉਹ ਧੁਨ ਜਿਹੜੀ ਅਕਥ ਹੈ, ਜਿਹੜੀ ਲਫ਼ਜ਼ਾਂ ਦੇ ਦਾਇਰੇ ਵਿੱਚ ਨਹੀਂ ਹੈ, ਜਿਹੜੀ ਕਥੀ ਨਹੀਂ ਜਾ ਸਕਦੀ, ਉਹਦੇ ਨਾਲ ਜੁੜਾਂਗੇ ਤਾਂ ਤੁਹਾਨੂੰ ਸੋਝੀ ਮਿਲੂਗੀ ਅਸਲ। ਨਾ ਕਿ ਦੇਖੋ ਗ੍ਰੰਥ ਪੋਥੀ ਕੀ ਹੈ, ਸਾਡੇ ਜਿੰਨੇ ਵੀ ਗ੍ਰੰਥ ਹਨ ਉਹ ਮਹਾਂਪੁਰਖਾਂ ਦੇ ਜ਼ਿੰਦਗੀ ਦਾ ਐਕਸਪੀਰੀਅੰਸ ਹੈ। ਉਹਨਾਂ ਨੇ ਕਿਵੇਂ ਮਾਲਕ ਦੀ ਭਗਤੀ ਕੀਤੀ, ਕਿਵੇਂ ਸਾਰਾ ਕੁਝ ਪਾਇਆ, ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਹੈ। ਮਗਰ ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੇ ਵਾਸਤੇ ਨਿਚੋੜ ਹੈ। ਇਹ ਜਿਹੜਾ ਅਨਮੋਲ ਖਜ਼ਾਨਾ ਹੈ ਉਹਨਾਂ ਨੇ ਸਾਨੂੰ ਦਿੱਤਾ ਹੈ ਕਿ ਉਹਨੂੰ ਪੜ੍ਹ ਕੇ ਅਸੀਂ ਸਿੱਖੀਏ, ਮਗਰ ਅਸੀਂ ਵੀ ਉਸ ਰਸਤੇ ਦੇ ਉੱਤੇ ਚੱਲਾਂਗੇ, ਉਹਦਾ ਐਕਸਪੀਰੀਅੰਸ ਹੋਊਗਾ ਤਾਂ ਵਿਸ਼ਵਾਸ ਬਣੂਗਾ। ਇਹ ਸੋਚਣਾ ਕਿ ਜੀ ਕਿਸੇ ਹੋਰ ਦੇ ਅਨੁਭਵ ਦੇ ਉੱਤੇ ਮੇਰਾ ਵਿਸ਼ਵਾਸ ਬਣ ਜਾਊਗਾ, ਨਹੀਂ ਬਣਨ ਲੱਗਿਆ। ਆਪਾਂ ਆਮ ਸਿਰਸੰਗ ਵਿੱਚ ਉਦਾਹਰਨ ਲੈਂਦੇ ਹਾਂ ਕਿ ਆਪਣੇ ਸਾਹਮਣੇ ਕੋਈ ਮਿਠਾਈ ਰੱਖ ਦੇਵੇ ਔਰ ਕਵੇ ਕਿ ਜੀ ਇਹ ਦੁਨੀਆ ਵਿੱਚ ਸਭ ਤੋਂ ਮਿੱਠੀ ਚੀਜ਼ ਹੈ, ਤੁਸੀਂ ਉਹਦਾ ਮਾਣ ਆਦਰ ਕਰਦੇ ਹੋਏ ਤੁਸੀਂ ਸਿਰ ਹਿਲਾ ਦਿਓਗੇ ਕਿ ਹਾਂਜੀ ਹੈ, ਮਗਰ ਕੀ ਮਨ ਦੀ ਦੁਵਿਧਾ ਖਤਮ ਹੋ ਜਾਂਦੀ ਹੈ? ਮਨ ਦੇ ਵਿੱਚ ਡਾਊਟ ਨਹੀਂ ਰਹਿੰਦਾ, ਕਿਤੇ ਨਾ ਕਿਤੇ ਮਨ ਵਿੱਚ ਖਿਆਲ ਰਹਿੰਦਾ, ਪਤਾ ਨਹੀਂ ਜੀ ਸਭ ਤੋਂ ਮਿੱਠੀ ਚੀਜ਼ ਹੈ ਕਿ ਨਹੀਂ ਹੈ।
ਹੁਣ ਉਹੀ ਮਿਠਾਈ ਜੇ ਕੋਈ ਚੱਖ ਲਵੇ ਫਿਰ ਉਹ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹੈ ਕਿ ਸਭ ਤੋਂ ਮਿੱਠੀ ਚੀਜ਼ ਹੈ ਕਿ ਨਹੀਂ ਹੈ। ਸੋ ਕਿਵੇਂ ਨਤੀਜੇ ਦੇ ਉੱਤੇ ਪਹੁੰਚਿਆ? ਜਦੋਂ ਉਹਨੇ ਕਦਮ ਉਠਾਇਆ, ਜੋ ਵੀ ਉਹਨੂੰ ਦੱਸਿਆ ਗਿਆ ਉਹਨੂੰ ਕਰਨੀ ਵਿੱਚ ਲਿਆ ਕੇ ਖੁਦ ਉਹਨੇ ਉਸ ਚੀਜ਼ ਨੂੰ ਮਹਿਸੂਸ ਕੀਤਾ, ਤਾਂ ਉਹਨੂੰ ਸੱਚਾ ਅਹਿਸਾਸ ਹੋਇਆ। ਸੋ ਇਹ ਗ੍ਰੰਥ ਪੋਥੀਆਂ ਸਾਨੂੰ ਸੋਝੀ ਦੇਣ ਵਾਸਤੇ ਹਨ ਕਿ ਆਪਾਂ ਕਿਹੜਾ ਕਦਮ ਚੁੱਕਣਾ ਹੈ, ਕਿਵੇਂ ਚੁੱਕਣਾ ਹੈ। ਆਪਾਂ ਕਰਨੀ ਦਾ ਰਸਤਾ ਅਪਣਾਉਣਾ ਹੈ। ਕਰਨੀ ਕਰਾਂਗੇ, ਉਹਦਾ ਰਸ ਆਊਗਾ, ਉਹਦਾ ਨਿਚੋੜ ਪਤਾ ਚੱਲੂਗਾ, ਤਾਂ ਮਨ ਵਿੱਚ ਵਿਸ਼ਵਾਸ ਬੈਠੂਗਾ, ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਿਭਾ ਸਕਾਂਗੇ। ਨਹੀਂ ਤਾਂ ਇਨਸਾਨ ਕਿਤੇ ਨਾ ਕਿਤੇ ਡੋਲ ਜਾਂਦਾ ਹੈ। ਸੋ ਇਹ ਠੀਕ ਹੈ ਕਿ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਹੀ ਸਾਨੂੰ ਇਸ ਅਵਸਥਾ ਵਿੱਚ ਪਾਉਂਦਾ ਹੈਗਾ, ਨਹੀਂ ਤਾਂ ਪਰਿਵਾਰ ਵਾਲੇ ਨਹੀਂ ਮੰਨਦੇ। ਹੁਣ ਆਪਾਂ ਇਤਿਹਾਸ ਦੇਖ ਲਈ ਆਪਣੇ ਸਾਰੇ ਗੁਰੂਆਂ ਦਾ, ਪੀਰਾਂ ਪੈਗੰਬਰਾਂ ਦਾ, ਘਰ ਵਾਲੇ ਨਹੀਂ ਕੀ ਕਹਿੰਦੇ ਆ, ਸਾਰੀ ਚੀਜ਼ ਨੂੰ ਮੰਨਦੇ। ਸੋ ਇਹ ਤਾਂ ਉਹਦੀ ਬਖਸ਼ਿਸ਼ ਹੈ, ਤਾਂ ਹੀ ਜਾਗਰਤਾ ਆਉਂਦੀ ਹੈ। ਘਰ ਬੈਠਿਆਂ ਨਿਕਟ ਨਿਤ ਪਾਸ। ਬਾਬਾ ਜੀ, ਜਿਵੇਂ ਸੰਤ ਕੋਈ ਵੀ ਗੱਲ ਕਹਿੰਦੇ ਨੇ ਉਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਮਤਲਬ ਹੁੰਦਾ ਹੈ, ਤੇ ਜੇ ਮਜ਼ਾਕ ਦੇ ਵਿੱਚ ਵੀ ਕੁਝ ਕਹਿਣ ਤੇ ਤਾਂ ਵੀ ਨਹੀਂ, ਐ ਨਾ ਤੁਸੀਂ ਇੰਨਾ ਵੀ ਸਖਤ ਨਾ ਲਾਓ। ਮਜ਼ਾਕ ਵਿੱਚ ਤਾਂ ਕਈ ਕੁਛ ਉਹਨਾਂ ਨੇ ਕਹਿ ਜਾਣਾ। ਸੋ ਡਿਪੈਂਡ ਕਰਦਾ ਕਿ ਕਿਸ ਅਵਸਥਾ ਵਿੱਚ ਆ ਕੇ। ਉਹ ਪੁਰਾਣੀ ਇੱਕ ਚੀਜ਼ ਹੈ, ਪੁਰਾਣੀ ਇੱਕ ਗੱਲ ਹੈ ਕਿ ਜਦੋਂ ਬਾਬਾ ਜੀ ਮਹਾਰਾਜ ਨੇ ਵੱਡੇ ਮਹਾਰਾਜ ਜੀ ਨੂੰ ਬੁਲਾ ਕੇ ਕਿਹਾ ਕਿ ਭਾਈ ਹੁਣ ਤੂੰ ਕਾਰਜ ਸੰਭਾਲਣਾ ਹੈ, ਤਾਂ ਮਹਾਰਾਜ ਜੀ ਨੇ ਕਿਹਾ ਜੀ ਇਹ ਮੇਰੇ ਵੱਸ ਦੀ ਗੱਲ ਨਹੀਂ ਗੀ, ਮੈਂ ਤਾਂ ਦੁਨੀਆਦਾਰੀ ਆਦਮੀ ਹੈ, ਤਾਂ ਮੈਂ ਇਸ ਚੀਜ਼ ਨੂੰ ਕਿਵੇਂ ਨਿਭਾਊਂਗਾ। ਤਾਂ ਬਾਬਾ ਜੀ ਨੇ ਕਿਹਾ ਨਹੀਂ, ਇਹ ਮੇਰਾ ਹੁਕਮ ਹੈ ਤਾਂ ਤੁਹਾਨੂੰ ਕਰਨਾ ਪਊਗਾ। ਤਾਂ ਕਹਿੰਦੇ ਹਨ ਕਿ ਵੱਡੇ ਮਹਾਰਾਜ ਜੀ ਨੇ ਕਿਹਾ ਜੀ ਫਿਰ ਮੇਰੀਆਂ ਮੇਰੀ ਅਰਜ਼ ਹੈ ਜੇ ਤੁਸੀਂ ਉਹਨਾਂ ਨੂੰ ਪ੍ਰਵਾਨ ਕਰੋ। ਉਹਨਾਂ ਨੇ ਕਿਹਾ ਬੋਲੋ। ਉਹਨਾਂ ਨੇ ਕਿਹਾ ਜੀ ਦੇਖੋ, ਮੈਂ ਦੁਨੀਆਦਾਰੀ ਆਦਮੀ ਹੈ, ਪਰਿਵਾਰਿਕ ਆਦਮੀ ਹੈ, ਕਈ ਵਾਰੀ ਮੇਰੇ ਮੂੰਹ 'ਚੋਂ ਚੰਗਾ ਬੁਰਾ ਨਿਕਲ ਜਾਂਦਾ ਹੈ, ਤਾਂ ਫਿਰ ਜੋ ਲਫ਼ਜ਼ ਮੈਂ ਉਸ ਅਵਸਥਾ ਵਿੱਚ ਕਵਾਂ ਉਹ ਪੂਰੇ ਨਹੀਂ ਹੋਣੇ ਚਾਹੀਦੇ। ਉਹਨਾਂ ਨੇ ਕਿਹਾ ਠੀਕ ਹੈ। ਫਿਰ ਉਹਨਾਂ ਨੇ ਕਿਹਾ ਕਿ ਮੈਂ ਇੱਧਰ ਚਲੇ ਗਿਆ, ਮੇਰਾ ਪਰਿਵਾਰ ਦਾ ਕੀ ਹੋਊਗਾ, ਮੇਰਾ ਪਰਿਵਾਰ ਮੁਹਤਾਜ ਨਾ ਹੋਵੇ, ਕਿਸੇ ਤੋਂ ਮੰਗਣਾ ਨਾ ਪਵੇ। ਉਹ ਕਹਿੰਦੇ ਨਹੀਂ, ਉਹ ਵੀ ਠੀਕ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਮੇਰੇ ਤੋਂ ਮੰਗਿਆ ਨਹੀਂ ਜਾਣਾ, ਇਹ ਲੰਗਰ ਚਲਾਉਣਾ, ਇਹ ਸਾਰਾ ਕੁਝ ਕਰਨਾ ਮੇਰੇ ਤੋਂ ਮੰਗਿਆ ਨਹੀਂ ਜਾਣਾ, ਤਾਂ ਲੰਗਰ ਨਾ ਕਦੇ ਬੰਦ ਹੋਵੇ। ਉਹ ਕਹਿੰਦੇ ਚਲੋ ਹੋਰ ਦੱਸ। ਉਹ ਕਹਿੰਦੇ ਜੀ ਆਖਰੀ ਚੀਜ਼, ਮੇਰੀ ਕੋਈ ਕਮਾਈ ਨਹੀਂ ਗੀ, ਇਹ ਕਮਾਈ ਤੁਹਾਡੀ ਹੈ। ਜਿਹਨੂੰ ਵੀ ਮੈਂ ਨਾਮਦਾਨ ਦੇਵਾਂਗਾ ਜਾਂ ਮੇਰੇ ਤੋਂ ਅੱਗੇ ਜਿਹੜੇ ਆਉਣਗੇ ਨਾਮਦਾਨ ਦੇਣਗੇ, ਉਹ ਸਾਰਿਆਂ ਦੀ ਤੁਸੀਂ ਜ਼ਿੰਮੇਵਾਰੀ ਲੈਣੀ। ਤਾਂ ਬਾਬਾ ਜੀ ਨੇ ਕਿਹਾ ਠੀਕ ਹੈ। ਤਾਂ ਵੱਡੇ ਮਹਾਰਾਜ ਜੀ ਨੇ ਕਿਹਾ ਜੀ ਜੋ ਤੁਹਾਡਾ ਹੁਕਮ। ਥੈਂਕ ਯੂ ਬਾਬਾ ਜੀ। See, yesterday you had spoken about a perfect master and a whole master, and you had explained the difference between the two. ਪੂਰਨ, Yes. you see ਇਹ ਲੋਸਟ ਇਨ ਟਰਾਂਸਲੇਸ਼ਨ ਹੈ। ਹਿੰਦੀ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਪੂਰਨ ਗੁਰੂ। ਪੂਰਨ ਮੀਨਸ ਹੋਲ, perfect means one who has no imperfections. Now no human being can be perfect. Body means imperfection. Body means karma. So till that imperfection is there, there will be mistakes, there will be lapses, there will be different things. Like I said earlier also that if any human being is perfect, you will not be able to follow him, because he will be at a totally different plane from you and you will never be able to catch up with him. That is why they say na कि don't walk in front of me, I cannot follow. Don't walk behind me, I cannot lead. Walk beside me as a friend. So this is something we have to do together. In Dera there is nobody senior, there is nobody junior, कोई बड़ा नहीं, कोई छोटा नहीं, इत्थे सारे एको जिक्के। We are all sevadars. I don't think so any master has thought himself as any different than a sevadar.
They have taken it up not as a position but as a seva. And their thought process has always been to fulfill the seva that has been given to them. So we are all sevadars, we are all working towards fulfillment of our responsibility that we have taken. It's okay that somebody has to be in the lead, somebody has to give direction. To that extent, yes, we've put them a little ahead. But in actuality, we are all sevadars, we are all working towards a certain purpose, a certain objective, which we will achieve from the outside seva into the inner seva. The topmost seva is our meditation. E seva chakari, naam avase, man aaye. Babaji, I was not born as into a satsangi family to a point of exposure. My father has been a satsangi, but I was not exposed to it. And after many years, I came onto the path, and so I had an outside-in perspective. Being a father, a parent now of 2 children who are kind of born to the path, I feel a lot of times there is a big difference in people who come onto the path as opposed to those who were born into the path, grown up with this preconceived notion that that is the only thing that is appropriate. How do you talk to your children if they have doubts or if they have a lack of understanding of the other perspective? Doubts will always be there. If somebody tells me he's got doubts, I can live with that, I can understand that. But if somebody stands up and says, I have no doubts and I'm 100% sure, he doesn't know what he's talking about. He has absolutely no idea what he's talking about. Now, there's a benefit of being born in a satsangi family and there is a disadvantage also. Now, being born in a satsangi family, yes, there are certain things we take for granted. We know that this is going to happen. But then on the other side, familiarity breeds contempt. The expectation also then becomes very high. Now, you've been brought up in a certain culture, and if you don't see the other satsangis, your parents, your relatives, being good examples, then the doubts will increase. So it works both ways. You come from outside, there's very little expectation, you are open to the philosophy, you're willing to listen, you're willing to learn. But having been born in a satsangi family, knowing what the basics should be, and you see that everybody is not being the example he should be, then there are more doubts. Will I be able to fulfill it? Will I be able to live it? So it's not that one has an advantage and the other is at a disadvantage. So both, it depends upon the individual how he looks at it. You don't judge a school by a single child. You take everything in totality to see the reputation of the school. But most of us, we will take one odd person out and say, oh, he's taken Naam, he's broken all the vows. Now, that's his individual perspective, his strength, his weakness. That doesn't mean that that is the weakness of the philosophy as such. Individuals can be wrong. Individuals can falter, not the philosophy. And that is why the emphasis out here always has been focus on the philosophy rather than the individual. Now, individual can make mistakes, but the philosophy is what will stand the test of time. Truth doesn't change. Perspectives change. Ideas can change. Truth doesn't change. So if we look at the philosophy as such and we follow the philosophy rather than taking A, B, C, D into account, A, B, C, D has its strengths and weaknesses. At some time, definitely they are going to falter. But his strength, his weakness is not my strength and my weakness. So I can't compare myself with him. I have to build it on my strengths. And therefore my focus should be on the philosophy rather than on any individual. Should it be like that as a parent to your children also, Babuji, where you share the philosophy with them and that's how you build the relationship and leave it to them? For the children, the parents are always some sort of an ideal. Consciously or subconsciously, the child is watching every move you make, whatever you say and do. He's watching you. And eventually, that is the learning that he gets. Now, if he has doubts in the way your behavior is,
then life becomes a contradiction. You know, many times we are sitting in the house, somebody calls and you say, tell them I'm not here. Now, there's a way of putting it. Okay? Instead of saying I'm not here, he's not available. But if you tell him he's not there, the child, what does he learn? Duality? There's one set of rules for my parents, one set of rules for others. Now, these are little things that make a big impression on the children. So we have to be good examples. If you are good examples, the child, that is the foundation of that child. But if he learns about duality, he learns that, you know, there'll be a different set of measures for them and for me, then he's always in a flux, you know, which way to go. How can we be good human beings? You always say that we should. Good is relative, now. One man's food can be another man's poison. So you have to decide good and bad for yourself. Something which is good for you may not be good for the other person. So you can't describe what is good, what is bad, what is right, what is wrong. We have to search for it ourselves. And that experience will teach us. I don't think so anybody can tell you. So as we go further, as we try and be good human beings, the basic idea is to be a good human being. And if you're a good human being, you will automatically start understanding what is good about life, what is good about everybody. So being negative is not being good, or is that, I mean, Why should we be negative? Why should we be negative? It's our thinking that puts things into slots. Whatever the Lord has created cannot be negative, cannot be bad, cannot be wrong. Now, because we don't understand the purpose of that, that's why we put it into different slots. We take the example of the rose. You see the rose, beautiful, colorful, nice, pleasant, positive. Your eyes go a little below, you see the thorns. Thorns give you pain, they hurt. We say negative. But if you look at it in totality, if the thorn was not there, how would you protect the rose from wild animals? So if you see it from that purpose, automatically you will know, understand what is the purpose of this thorn being with the rose. So try and see things in totality. When you see things in totality, then there's nothing positive and negative. But if you see them in isolation, then that segregation takes place and things become positive and negative. Babaji, you just seem to be saying that the guru is not different or more special than the disciple. That's what I understood you were saying just then. In front of the Lord, we are souls. He doesn't see bodies. He doesn't see individuals. He sees us as drops of that divine ocean. So, Babaji, As a mother, would you want to choose between your children? If we are all drops of that ocean, we are all children of that divine Father. Do you think that he's a biased entity who will choose? but if you're looking from the down upwards, we're coated with rubbish. That is your perspective, Exactly. not so, his perspective. Yeah. For him, everybody is the same. For him, everybody is the same. You see, in a family, say family, there are 3-4 children, and the father divides everything amongst the children. I mean, half his wealth he divides, half he keeps. Now the child who's appreciative, father is happy with him, he knows that he values it, he cherishes it, he is happy to give it to him. But the one who doesn't, who thinks that he's got less, or the other one has got more, he's always complaining, the father tends to hold back, thinking that he doesn't appreciate. He needs to mature a little more, otherwise he'll just sort of destroy what has been given to him. So it depends upon us how much we appreciate what is given to us. So those who appreciate, definitely the Lord will give to them with abandon. But those who always question, those who are always thinking that they have got the
short side of the bargain, or they should have got more, or they should have got this or that, then definitely he feels that they need to mature a little more to appreciate what is being given to them, to value what is being given I to think what I was trying to say, Babaji, is that I'm not ready to buy into the idea that the Guru and we are the same. Yesterday you said we're prospective masters. them. Why? And that's our journey. Is your body any different from my body? I'm not talking Is about your the- blood and my blood different? I'm not talking about the Then physical. do you feel more pain and I feel less pain, or I feel more pain and you feel less pain? No, I'm not talking about So these them. are distinctions we have created of caste, of religion, of color. We've created these distinctions. So Babaji, there is no distinction. For the Lord, the only distinction is your karma, nothing else. yeah. So if I come back to the discussion of Puran Guru and Shabad Guru, could we say that Puran is Shabad Guru? Puran is Shabad. Yes. It's like Shabad is Yeah, yeah, everything, yeah, and yeah. Puran is everything. Yeah. And that is what is unique about the Master. When we say somebody is whole, let's take a crude example. We say whole wheat flour. Right? Whole means which is more nourishing rather than something, which has been segregated and separated and everything. Whole means he is whole in all aspects of his life. He has experienced the different ups and downs. He has achieved a balance. I'm not saying perfection. I'm talking about a balance. And he has got the capacity and the capability to understand and to stay in his will. The moment you achieve perfection, you won't be here. If we are here, it is because of our imperfections. And if we are imperfect, we will make mistakes. शब्द कमावे सो गुर पूरा उन चरणन की हो जा तूरा. That is some of the. Yeah, but how do we know? ਆਪਾਂ ਨੂੰ ਕੀ ਪਤਾ ਕਿ ਉਹਦੀ ਕਿੰਨੀ ਕਮਾਈ ਆ? ਆਪਣੇ ਕੋਲ ਤਾਂ ਕੋਈ ਪਰਖ ਦਾ ਨਤੀਜਾ ਨਹੀਂ ਨਾ. For each one of us, there is no thermometer to measure ਕਿ ਕਿਸੇ ਨੇ ਕਮਾਈ ਕੀਤੀ ਹੈ ਕਿ ਨਹੀਂ ਕੀਤੀ ਹੈ. We are only going on the face value. ਹਾਂਜੀ. And here the face value is, ਮਹਾਰਾਜ ਜੀ ਕਿਸੇ ਦਾ ਵੀ ਨਾਮ ਲਿਖ ਸਕਦੇ ਸੀ. He could have put anybody's name, and if our love, I say it is the maturity of the love for their master that they were able to accept whomever he put there. It could have been X, Y, Z, anybody. Maharaj ji used to give few worldly examples ਕਿ ਜਿਹੜਾ ਪੂਰਾ ਗੁਰੂ ਹੈ ਉਹ ਕਿਸੇ ਕੋਲੋਂ ਮੰਗਦਾ ਨਹੀਂ, ਉਹ ਆਪਣੀ ਕਮਾਈ ਤੇ ਖੁਦ ਜੀਂਦਾ ਹੈ. ਪੂਰਾ ਗੁਰੂ ਜਿਹੜਾ ਪੰਜ ਸ਼ਬਦ ਦਾ ਭੇਦ ਸਮਝਾਉਂਦਾ ਹੈ. There are Bani quotes in this. So Hazur used to quote in his satsangs that these are few things जो इंसान उन्होंने जरिए अंदाजा जिस मिलने से होए आनंद सो मेरा सतगुर कहिए गुरुदेव. जी. ठीक है ना? So we are going by our outer perspectives, our outer emotions, our feelings. We like somebody, we are willing to listen to him. You don't like him, he may be saying the right things, you are not willing to listen to him. Some incident takes place in life, you got a mental block, he could be telling you all the right things in life, you are not willing to listen, you are not willing to accept. So we are going on our perspectives, we are still using our intellect, whereas spirituality, you have to go beyond intellect. To actually get the essence of spirituality, you have to go beyond intellect. But for most of us today, we are using our reasoning, we are using our logic, we are using our intellect still to decide, okay, is this thing right or wrong?